गुरु रू प्यारी साध संगत जी, वाहिगुरु जी का खालसा, वाहिगुरु जी की फतेह। प्रोफैसर पूरन सिंह जी ने डॉक्टर स्टैला क्रैमरिज ते 4 ਲੇਖਾਂ ਦਾ ਅਨੁਵਾਦ ਕੀਤਾ ਹੈ। ਸੋ ਚੌਥਾ ਲੇਖ ਆਪ ਜੀ ਨੂੰ ਪੜ੍ਹ ਕੇ ਸੁਣਾ ਰਹੇ ਸੀ, ਜਿਸ ਦਾ ਸਿਰਲੇਖ ਹੈ ਹਿੰਦੁਸਤਾਨ ਦੀ ਰਸਕ ਕਿਰਤ ਤੇ ਯੂਰਪ। ਆਓ ਚੌਥੇ ਲੇਖ ਦਾ ਅਖੀਰਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਗਾਥਕ ਸਿਲਸਿਲੇ ਵਿੱਚ ਹੀ ਇਮਾਰਤ ਦੀ ਘਾੜ ਬੁੱਤਾਂ ਦੀ ਮੋਹਮੀ ਘਾੜ ਵਾਂਗ ਹੋ ਰਹੀ ਹੈ ਤੇ ਇਹ ਘਾੜ ਦੀ ਤਰਜ਼ ਇੱਕ ਬੇਅੰਤ ਸਮੂਹ ਵਿੱਚ ਸਾਰੀ ਇਮਾਰਤ ਨੂੰ ਆਛਾਦਿਤ ਕਰ ਰਹੀ ਹੈ। ਇਮਾਰਤ ਨੂੰ ਛੱਡ ਕੇ ਕਿਸੇ ਗਾਥਕ ਸਾਧ ਦੀ ਮੂਰਤੀ ਨੂੰ ਲੈ ਲਓ। ਉਹਦਾ ਜਿਸਮ ਸੁੰਦਰਾ ਮੂਰਤੀ ਸੁਆਮੀ ਦੇ ਜਿਸਮ ਵਾਂਗ ਆਤਮਕ ਭਗਤੀ ਦੀ ਅੱਗ ਨੇ ਖਾ ਲਿਆ ਜਾਪਦਾ ਹੈ ਤੇ ਉਹਦਾ ਜਿਸਮ ਪ੍ਰੀਤ ਵਿੱਚ ਖਿੱਚਿਆ ਸਿੱਧਾ ਪਿਆ ਹੈ ਤੇ ਨਾਲੇ ਇੱਕ ਅਮੁਕ ਜਿਹੀ ਵਿੰਗਤਾ ਵਿੱਚ ਟੇੜਾ ਹੋਇਆ ਹੈ। ਇਹ ਅਮੁਕ ਵਿੰਗਤਾ ਗਾਥਕ ਰਸਕ ਕਿਰਤ ਦੀ ਇੱਕ ਖਾਸ ਸਿਆਣਨ ਦਾ ਚਿੰਨ੍ਹ ਹੈ। ਇਹਦੇ ਸਾਰੇ ਸਾਧਾਂ ਤੇ ਮਰੀਅਮਾਂ ਨੇ ਇਹੋ ਸੋਹਣੀ ਸਲਾਮੀ ਗੁਲਾਨ ਆਪਣੀ ਛਵੀ ਵਿੱਚ ਧਾਰਨ ਕੀਤੀ ਹੋਈ ਹੈ। ਹਿੰਦੁਸਤਾਨ ਦੀ ਕੀ ਤੇ ਉੱਤਰੀ ਯੂਰਪ ਦੀ ਗਾਥਕ ਰਹਿਣੀ ਤੇ ਸ਼ਾਂਤ ਖੁਸ਼ੀ ਤੇ ਸ਼ੁੱਧ ਸਮਾਧੀ ਦੇ ਅਨੁਭਵ ਵਿੱਚ ਤਾਂ ਕੋਈ ਫਰਕ ਨਹੀਂ ਹੋ ਸਕਦਾ। ਸਿਰਫ ਆਦਮੀਆਂ ਦੇ ਇਕੱਠਾਂ ਦੀ ਜ਼ਾਤੀ ਤੇ ਜਿਸਮੀ ਖਾਸੀਅਤਾਂ ਵੱਖਰੀਆਂ ਹੁੰਦੀਆਂ ਹਨ ਤੇ ਇਸ ਅਰਥ ਵਿੱਚ ਨਾ ਕੇਵਲ ਯੂਰਪ ਦੀ ਗਾਥਕ ਤੇ ਹਿੰਦੁਸਤਾਨ ਦੀ ਰਸਕ ਕਿਰਤ ਆਪੇ ਵਿੱਚ ਸਾਂਝ ਕਰ ਰਹੀਆਂ ਹਨ, ਬਲਕਿ ਯੂਨਾਨ ਦੀ ਰਸਕ ਕਿਰਤ ਵੀ ਹਿੰਦੂ ਆਰੀਅਨ ਕੌਮਾਂ ਦੀ ਰਸਕ ਕਿਰਤ ਨਾਲ ਇਸ ਅਨੁਭਵ ਵਿੱਚ ਸਾਂਝੀਵਾਲ ਹੋ ਰਹੀ ਹੈ ਤੇ ਇਸ ਸਾਂਝ ਦੀ ਸਬੂਤੀ ਵਿੱਚ ਅਸੀਂ 3 ਵੰਨਗੀਆਂ ਦੀਆਂ ਤਸਵੀਰਾਂ ਲੈ ਕੇ ਤੱਕੀਏ ਤਦ ਸਾਡੀ ਤਸੱਲੀ ਪੂਰੀ ਹੋ ਸਕਦੀ ਹੈ। ਹਿੰਦੁਸਤਾਨ ਦੀ ਤਾਂ ਉਹ ਖਾਸ ਸਿਆਣਨ ਚਿੰਨ੍ਹ ਦੀ ਵੰਨਗੀ ਲੈ ਲਵੋ, ਅਰਥਾਤ ਹਿੰਦੁਸਤਾਨ ਦੀ ਪੱਥਰ ਤੇ ਉਕਰੀ ਇਸਤਰੀ ਦੀ ਘਾੜੀ ਤੇ ਉਧਰੋਂ ਯੂਨਾਨ ਦਾ ਕੋਈ ਨਮੂਨੇ ਦਾ ਬੁੱਤ ਲੈ ਲਵੋ ਤੇ ਉਧਰੋਂ ਗਾਥਕ ਦੇ ਨਮੂਨੇ ਦੀ ਮੈਡੋਨਾ ਲੈ ਲਵੋ ਤੇ ਤਰਹਾਂ ਨੂੰ ਵੇਖੋ, ਤਦ ਇਹ ਅੰਦਰ ਦੀ ਆਤਮਕ ਸਾਂਝ ਸਾਫ਼ ਨਜ਼ਰ ਆ ਜਾਂਦੀ ਹੈ। ਹਿੰਦੁਸਤਾਨ ਦੀ ਮੂਰਤ ਭਰਵੀਂ ਤੇ ਗੋਲ ਹੈ ਤੇ ਲਕੀਰਾਂ ਆਪਣੇ ਵਿੰਗਾਂ ਝੁਕਾ ਤੇ ਸਲਾਮੀਆਂ ਆਦਿ ਨਾਲ ਇਹਨੂੰ ਪ੍ਰਾਣ ਬਖਸ਼ ਰਹੀਆਂ ਹਨ ਤੇ ਲਕੀਰਾਂ ਦੀ ਚਾਲ ਇੱਧਰ ਉੱਧਰ ਆਪਣੀਆਂ ਤਰਫਾਂ ਸਿਮਤਾਂ ਇਉਂ ਬਦਲ ਰਹੀਆਂ ਹਨ, ਜਿਸ ਕਰਕੇ ਇੱਕ ਐਨ ਤੁਲਵਾਂ ਟਿਕਾ ਬਜ ਰਿਹਾ ਹੈ ਤੇ ਯੂਨਾਨ ਦੀਆਂ ਲਕੀਰਾਂ ਦੇ ਵਿੰਗ ਝੁਕਾਓ ਤੇ ਸਲਾਮੀਆਂ ਆਦਿ ਇੱਕ ਚੰਗੇ ਕਮਾਏ ਜਿਸਮ ਦੀ ਅਰੋਗਤਾ ਨੂੰ ਦੱਸ ਰਹੀਆਂ ਹਨ ਤੇ ਜਿਸਮ ਦੀ ਉਹ ਸੋਹਜ ਤੇ ਨਾਜ਼ ਉਹ ਅਦਾਂ ਨਾਲ ਸਜਿਆ ਭਰਵੇਂਪਨ ਦੀ ਪੂਰਨਤਾ ਦਿਸ ਰਹੀ ਹੈ, ਜਿਹੜੀ ਕਿ ਹੱਥ ਵਿੱਚ ਸੋਹਣਪ ਦੀਆਂ ਮੁੱਠਾਂ ਭਰ ਦਿੰਦੀ ਹੈ। ਤੇ ਤੀਜੀ ਗਾਥਕ ਮੂਰਤੀ ਇੱਕ ਲੰਮੇ ਚੋਗੇ ਨਾਲ ਢੱਕੀ ਹੈ, ਜਿਹੜਾ ਚੋਗਾ ਕੁਝ ਅਮੁਕ ਜਿਹਾ ਦਿਸ ਰਿਹਾ ਹੈ ਤੇ ਇਉਂ ਜਾਪਦਾ ਹੈ ਕਿ ਉਸ ਮੂਰਤੀ ਦੀ ਜੀਂਦੀ ਹਿਲਣ ਉਸ ਵਿੱਚ ਖਤਮ ਨਹੀਂ ਹੋ ਰਹੀ, ਉਹ ਤਾਂ ਅਨੰਤ ਵੱਲ ਟੁਰੀ ਜਾ ਰਹੀ ਜਾਪਦੀ ਹੈ। ਇਹਨਾਂ 3 ਤਰ੍ਹਾਂ ਦੀਆਂ ਮੂਰਤਾਂ ਦਾ ਇੱਕੋ ਵਹਿਣ ਤੇ ਇੱਕੋ ਤਰ੍ਹਾਂ ਦੀ ਧਾਰਨਾ ਹੈ ਤੇ ਇਹਨਾਂ ਦੀ ਜਿੰਦ ਸੱਤਾ ਇੱਕ ਹੈ ਤੇ ਇਹ ਧਾਰਨਾ ਕਿਸੇ ਹੋਰ ਜ਼ਾਤ ਦੀ ਰਸਕ ਕਿਰਤ ਵਿੱਚ ਨਹੀਂ ਦੇਖੀ ਜਾਂਦੀ। ਇਹ ਕੇਵਲ ਆਰੀਅਨ ਲੋਕਾਂ ਦੀ ਰਸਕ ਕਿਰਤ ਦੀ ਇੱਕ ਅੰਦਰ ਦੀ ਤਬੀਅਤ ਦੇ ਝੁਕਾਓ ਅੰਦਾਜ਼ ਉਲਾਰ ਦੇ ਚਿੰਨ੍ਹ ਹਨ। ਗਾਥਕ ਜ਼ਮਾਨੇ ਨੂੰ ਛੱਡ ਕੇ ਹੋਰ ਜ਼ਮਾਨਿਆਂ ਵਿੱਚ ਯੂਰਪ ਦੀ ਰਸਕ ਕਿਰਤ ਆਪਣੇ ਵੱਖਰੇ ਰਾਹ ਟੁਰੀ ਜਾ ਰਹੀ ਹੈ, ਜਿਸ ਵਿੱਚ ਹਿੰਦੁਸਤਾਨ ਦੀ ਰਸਕ ਕਿਰਤ ਦੇ ਅਨੁਭਵ ਨਾਲ ਕੋਈ ਸੰਬੰਧ ਨਹੀਂ। ਪਰ ਪਿੱਛੇ ਆਈ ਯੂਰਪੀ ਜਾਗ ਦੇ ਸਮੇਂ ਯੂਰਪੀ ਰਸਕ ਕਿਰਤ ਵਿੱਚ ਇੱਕ ਅਜੀਬ ਹਲਚਲ ਹੋਈ ਤੇ ਇਸ ਹਿਲ ਦੇ ਐਨ ਦਰਮਿਆਨ ਲਿਓਨਾਰਡੋ ਦਾ ਵਿੰਚੀ ਦੀ ਇੱਕ ਅਜੀਬ ਗਰੀਬ ਸੂਰਤ ਦਾ ਪ੍ਰਕਾਸ਼ ਹੋਇਆ ਸੀ। ਇਸ ਸੂਰਤ ਨੇ ਜਿਸ ਤਰ੍ਹਾਂ ਜਗਤ ਨੂੰ ਆਪਣੇ ਅੰਦਰ ਅਨੁਭਵ ਕੀਤਾ, ਉਹ ਕੁਝ ਬੁੱਧ ਦੇਵ ਦੇ ਗਿਆਨ ਨਾਲ ਮਿਲਦਾ ਹੈ ਤੇ ਇਸ ਅਜੀਬ ਪੁਰਖ ਦੀਆਂ ਬਣਾਈਆਂ ਮੂਰਤਾਂ ਦੇ ਚਿਹਰਿਆਂ ਦੀਆਂ ਛਬੀਆਂ ਹਿੰਦੁਸਤਾਨ ਦੇ ਦੇਵਤਿਆਂ ਦੀਆਂ ਮੂਰਤੀਆਂ ਦੀਆਂ ਛਬੀਆਂ ਨਾਲ ਐਸੀਆਂ ਮਿਲਦੀਆਂ ਹਨ ਕਿ ਆਦਮੀ ਦੀ ਅਕਲ ਚੱਕਰ ਖਾ ਜਾਂਦੀ ਹੈ। ਮੁਮਕਿਨ ਹੋ ਸਕਦਾ ਹੈ ਕਿ ਲਿਓਨਾਰਡੋ ਦਾ ਸ਼ਾਇਦ ਹਿੰਦੁਸਤਾਨ ਨਾਲ ਕਿਸੇ ਤਰ੍ਹਾਂ ਦਾ ਤਾਲੁਕ ਕਿਸੇ ਤਰ੍ਹਾਂ ਪੈ ਗਿਆ ਹੋਵੇ। ਉਹ ਐਸਾ ਅਜੀਬ ਆਦਮੀ ਸੀ ਕਿ ਉਹਦੇ ਸਮਕਾਲੀ ਰਸਕ ਕਿਰਤੀ ਉਹਨੂੰ ਕਦੀ ਠੀਕ ਤਰ੍ਹਾਂ ਨਹੀਂ ਸਮਝ ਸਕੇ, ਉਹਨੂੰ ਜਾਦੂਗਰ ਕਰਕੇ ਮੰਨਦੇ ਸਨ।
ਹਾਲਾਂਕਿ ਉਹ ਯੂਰਪ ਦੀ ਰਸਕ ਕਿਰਤ ਲਈ ਇੱਕ ਪੈਗੰਬਰ ਦਾ ਦਰਜਾ ਰੱਖਦਾ ਸੀ। ਹੁਣ ਇਸ ਗੱਲ ਨੂੰ 4 ਸਦੀਆਂ ਗੁਜ਼ਰ ਚੁੱਕੀਆਂ ਹਨ। ਆਖਿਰਕਾਰ ਯੂਰਪ ਆਪਣੀ ਤਬਾਹੀ ਥੀਂ ਬਾਹਰ ਰਹਿ ਗਿਆ ਹੈ ਤੇ ਰਸਕ ਕਿਰਤ ਜਿਹੜੀ ਸਦਾ ਸੱਚੀ ਸਾਖੀ ਹੁੰਦੀ ਹੈ ਇੱਕ ਸ਼ੁੱਧ ਅੰਦਰ ਦੀ ਚਿਤਵਨ ਹਕੀਕਤ ਹੋ ਗਿਆ ਹੈ। ਅੱਜ ਕੱਲ੍ਹ ਯੂਰਪ ਦੇ ਰਸਕ ਕਿਰਤੀ ਹਿੰਦੁਸਤਾਨ ਦੀ ਰਸਕ ਕਿਰਤ ਨੂੰ ਸਮਝਣ ਲੱਗ ਪਏ ਹਨ ਤੇ ਇਹਦੀ ਕਦਰ ਕਰਨ ਲੱਗ ਪਏ ਹਨ। ਹਿੰਦੁਸਤਾਨ ਦੇ ਰਸਕ ਕਿਰਤੀ ਦੇ ਅਨੁਭਵ ਤੇ ਹੱਡ-ਬੀਤੇ ਤਜਰਬੇ ਨੂੰ ਸਮਝ ਸਕਣ ਜੋਗਾ ਉਹਨਾਂ ਦੀ ਆਪਣੀ ਅੰਦਰ ਦੀ ਕੋਈ ਲੋੜ ਬਣਾ ਰਹੀ ਹੈ। ਦੂਜੇ ਪਾਸੇ ਰਸਕ ਕਿਰਤ ਦੀ ਤਜਾਰਤੀ ਜ਼ਿੰਦਗੀ ਵਿੱਚ ਵਿਉਪਾਰ ਬੜਾ ਹਿੱਸਾ ਲੈਂਦਾ ਹੈ ਤੇ ਹੁਣ ਹਿੰਦੁਸਤਾਨ ਦੀ ਰਸਕ ਕਿਰਤ ਉਹ ਰਾਹੇ ਪੈ ਗਈ ਹੈ ਤੇ ਵਹਿਲਾ ਯਾਨੀ ਜ਼ਿਆਦਾ ਯੂਰਪ ਵਿੱਚ ਹੀ ਇਹਦਾ ਫੈਸ਼ਨ ਰਿਵਾਜ ਹੋ ਜਾ ਸੀ। ਯੂਰਪ ਦੇ ਉਹ ਬੁੱਤ ਘੜਨ ਵਾਲੇ ਤੇ ਚਿੱਤਰਕਾਰ ਜਿਹੜੇ ਆਪਣੇ ਅੰਦਰੋਂ ਕੋਈ ਨਵੀਂ ਕਾਂਡ ਨਹੀਂ ਕੱਢ ਸਕਦੇ, ਉਹ ਹਿੰਦੁਸਤਾਨ ਦੇ ਨਮੂਨਿਆਂ ਨੂੰ ਨਕਲ ਕਰ ਗੁਜ਼ਾਰਾ ਕਰ ਰਹੇ ਹਨ। ਯਕੀਨਨ ਇਹ ਉੱਪਰਲੀ ਨਕਲ ਦਾ ਰਿਵਾਜ ਜਲਦੀ ਲੰਘ ਜਾ ਸੀ, ਪਰ ਇਸ ਨੁਕਤੇ ਥੀ ਇਹ ਗੱਲ ਕਿੰਨੀ ਗੌਰਤਲਬ ਹੈ ਕਿ ਇੱਕ ਵਕਤ ਯੂਰਪ ਦੇ ਇਤਿਹਾਸ ਦਾ ਸੀ ਜਦ ਉਹਦੀ ਈਸਾਈ ਰਸਕ ਕਿਰਤ ਕਿਸੇ ਹੱਦ ਤੱਕ ਹਿੰਦੁਸਤਾਨ ਨਾਲ ਮਿਲਦੀ ਸੀ। ਮਾਲੂਮ ਹੁੰਦਾ ਹੈ ਕਿ ਅਲੈਗਜ਼ੈਂਡਰਾ ਦੇ ਰਾਹੀਂ ਮਿਸਰੀ ਇਤਿਹਾਸ ਦੇ ਕਾਪਟਿਕ ਜ਼ਮਾਨੇ ਵਿੱਚ ਦੰਦ ਖੰਡ ਦੀਆਂ ਚੀਜ਼ਾਂ ਦੀ ਤੇਜ਼ ਤਜਾਰਤ ਹੋਣ ਕਰਕੇ ਯੂਰਪ ਤੇ ਹਿੰਦੁਸਤਾਨ ਦਾ ਵੀ ਕੁਝ ਆਪੇ ਵਿੱਚ ਤਾਲਕ ਸੀ। ਆਖਰ ਜਰਮਨੀ ਵਿੱਚ ਦੇ ਈਸਾਈ ਮੱਠ ਤੇ ਪੁਲਪਿਟ ਉੱਤੇ ਰੱਖਿਆ ਦੰਦ ਖੰਡ ਦਾ ਕੰਮ ਯੂਨਾਨੀ ਜਿਹਾ ਦਿਸਦਾ ਹੈ। ਅਰਥਾਤ ਹਿੰਦੁਸਤਾਨ ਦੇ ਅਸਲੀ ਕੰਮ ਦੀਆਂ ਕਾਪਟਿਕ ਵੇਲੇ ਦੀਆਂ ਕੀਤੀਆਂ ਕਾਪੀਆਂ ਹਨ। ਉਹਨਾਂ ਵਿੱਚੋਂ ਇੱਕ ਹਿੰਦੁਸਤਾਨ ਦਾ ਉਹ ਖਾਸ ਸਿਆਣਨ ਚਿੰਨ੍ਹ ਦਾ ਆਦਰਸ਼ ਚਿੱਤਰ ਇਸਤਰੀ ਤੇ ਵਿਰਖਦਾ ਪਿਆ ਹੈ। ਪੱਛਮੀ ਖਿਆਲ ਅਨੁਸਾਰ ਉਹ ਇਸਤਰੀ ਇੱਕ ਯੁਵਤੀ ਦੇ ਰੂਪ ਵਿੱਚ ਬਦਲ ਦਿੱਤੀ ਗਈ ਹੈ ਤੇ ਉਸ ਰੂਪ ਵਿੱਚ ਉਹ ਯੂਰਪੀ ਵਿਦਾ ਵਿੱਚ ਭੋਗ ਰਸ ਦੀ ਮੂਰਤੀ ਬਣਾਈ ਤਰੀ ਹੈ। ਜਰਮਨੀ ਵਿੱਚ ਟ੍ਰੀਅਰ ਵਿੱਚ ਇੱਕ ਹੋਰ ਈਸਾਈ ਮੱਠ ਦੇ ਖਜ਼ਾਨੇ ਵਿੱਚ ਇੱਕ ਹੋਰ ਦੰਦ ਖੰਡ ਦਾ ਉਕਰਿਆ ਕੰਮ ਪਿਆ ਹੈ ਜਿਹੜਾ ਕਿ ਸਾਂਚੀ ਦੀ ਇਤਿਹਾਸਕ ਇਮਾਰਤ ਦੇ ਪੱਥਰ ਉੱਪਰ ਓਕਰੇ ਕੰਮ ਦੀ ਕਾਪੀ ਹੈ। ਇਉਂ ਪੁਰਾਣੇ ਜ਼ਮਾਨੇ ਦੀਆਂ ਜਾਂ ਦਸ਼ਤਾਂ ਤੇ ਰਹਿੰਦਾਂ ਦੀ ਮੱਠ ਭੀੜ ਜਿਹੀ ਦਿਸ ਰਹੀ ਹੈ। ਬੁੱਧ ਦੇ ਸਮੇਂ ਦੀ ਰਸਕ ਕਿਰਤ ਦੀਆਂ ਜਾਂ ਦਸ਼ਤੀ ਰਹਿੰਦਾ ਸਾਂਚੀ ਵਿੱਚ ਤੇ ਟਰੀਅਰ ਵਿੱਚ ਈਸਾਈ ਮੱਤ ਦੀਆਂ ਰਹਿੰਦਾ ਅਜਬ ਤਰ੍ਹਾਂ ਇੱਕ ਦੂਏ ਦੇ ਮੁਕਾਬਲੇ ਤੇ ਪਈਆਂ ਹਨ। ਕੁਸਤਨਤੁਨੀਆ ਥੀ ਆਂਦਾ ਗਿਆ ਇੱਕ ਸ਼ਤਰੰਜ ਦਾ ਮੋਹਰਾ ਜਿਹੜਾ ਸੈਂਟ ਡੈਨਿਸ ਦੇ ਗਿਰਜੇ ਦੀ ਮਲਕੀਅਤ ਹੈ, ਉਹ ਬਿਲਾ ਸ਼ੱਕ ਹਿੰਦੁਸਤਾਨ ਥੀ ਗਿਆ ਹੈ। ਭਾਵੇਂ ਕੋਈ ਸੌਦਾਗਰ ਲੈ ਗਿਆ ਹੋਵੇ, ਭਾਵੇਂ ਕਿਸੇ ਹਿੰਦੁਸਤਾਨ ਦੇ ਨਮੂਨੇ ਦੀ ਹੂਬਹੂ ਨਕਲ ਉਤਾਰੀ ਹੋਵੇ, ਪਰ ਸਭ ਥੀ ਵੱਧ ਧਿਆਨਯੋਗ ਨਮੂਨਾ ਔਰਲੀਅਨ ਵਿੱਚ ਪਿਆ ਹੈ। ਇੱਕ ਦੰਦ ਖੰਡ ਦਾ ਉਕਰਿਆ ਕੰਮ ਹੈ ਜਿਸ ਦੀ ਬਨਾਵਟ ਥੀ ਪਤਾ ਲੱਗਦਾ ਹੈ ਕਿ ਗੰਧਾਰਾ ਥੀ ਗਿਆ ਹੈ, ਪਰ ਉਹਦੀ ਤਰਜ਼ ਸਾਰੀ ਮੁਸਲਮਾਨੀ ਤੇ ਤੁਰਕੀ ਹੈ। ਇਸੀ ਤਰ੍ਹਾਂ ਹੋਰ ਕਈ ਉਕਰੀ ਕਿਰਤ ਦੇ ਕੰਮ ਹਨ ਜਿਹੜੇ ਥੋੜੇ ਬਹੁਤੇ ਹਿੰਦੁਸਤਾਨ ਦੀ ਰਸਕ ਕਿਰਤ ਦੀਆਂ ਨਿਸ਼ਾਨੀਆਂ ਤੇ ਚਿੰਨ੍ਹਾਂ ਦੀ ਸੋਈ ਦਿੰਦੇ ਹਨ। ਇੱਕ ਚਿੱਤਰ ਦਾ ਮੋਟਿਵ ਜਿਹੜਾ ਕਈ ਥਾਈਂ ਆਂਦਾ ਹੈ ਉਹ ਇਹ ਹੈ ਕਿ ਯੂਰਪ ਦੇ ਸਾਧੂ ਦੀ ਤਸਵੀਰ ਦਾ ਪਿੱਛਾ ਇੱਕ ਹਿੰਦੁਸਤਾਨੀ ਤਰਜ਼ ਦੇ ਇਮਾਰਤੀ ਸ਼ਕਲ ਦਾ ਬਣਾਇਆ ਜਾਂਦਾ ਹੈ ਤੇ ਇਹ ਮੋਟਿਵ ਆਇਰਲੈਂਡ ਦੇ ਦੰਦ ਖੰਡ ਦੇ ਕੰਮ ਵਿੱਚ ਵੀ ਦੇਖਿਆ ਜਾਂਦਾ ਹੈ। ਇਹ ਚੀਜ਼ਾਂ ਈਸਾਈ ਸੰਨਿਆਸੀ ਬਣਾਉਂਦੇ ਸਨ ਤੇ ਤਸਵੀਰਾਂ ਨੂੰ ਨਿੱਕਾ ਕਰ ਵਿੱਚ ਚਿੱਤਰਦੇ ਸਨ। ਈਸਾਈ ਸੰਪਰਦਾ ਦੇ ਸੰਨਿਆਸੀ ਟੋਲੇ ਦਾ ਪਹਿਲਾ ਖਿਆਲ ਮਿਸਰ ਵਿੱਚੋਂ ਆਇਆ ਸੀ। ਭਾਵੇਂ ਇਸ ਵਿੱਚ ਸ਼ੱਕ ਨਹੀਂ ਕਿ ਬੁੱਧ ਦੇ ਭੇਖੂਆਂ ਦੀ ਮਿਸਾਲ ਥੀ ਇਹ ਯੂਰਪ ਦੇ ਈਸਾਈ ਮਤ ਵਿੱਚ ਆਣ ਦਾਖਲ ਹੋਇਆ। ਇਹ ਈਸਾਈ ਸਾਧੂ ਸਭ ਯੂਰਪ ਵਿੱਚ ਫਿਰਦੇ ਸਨ ਤੇ ਆਪਣੀ ਰਸਕ ਕਿਰਤ ਵੀ ਆਪਣੇ ਨਾਲ ਫੇਰਦੇ ਸਨ। ਮੱਧਯ ਸਮਾਂ ਵਿੱਚ ਪੂਰਬੀ ਤਰਜ਼ ਕੁੱਲ ਯੂਰਪ ਵਿੱਚ ਇੱਕ ਫੈਸ਼ਨ ਸੀ। ਫਾਰਸੀ ਤੇ ਹਿੰਦੁਸਤਾਨੀ ਕੱਪੜੇ ਤੇ ਦੰਦ ਖੰਡ ਦੇ ਕੰਮ ਲੋਕੀ ਮੁੱਲ ਖਰੀਦ ਨਕਲਾਂ ਕਰਦੇ ਸਨ। ਗਿਰਜੇ ਦੇ ਧਰਮ ਅਵਲੰਬੀ ਲੋਕੀ ਤੇ ਸੁਸਾਇਟੀ ਸਭ ਪਸੰਦ ਕਰਦੇ ਸਨ। ਇਸੀ ਤਰ੍ਹਾਂ ਦੀਆਂ ਹਾਲਤਾਂ ਵਿੱਚ ਇਹਨਾਂ ਤਿਜਾਰਤ ਤੇ ਫੈਸ਼ਨ ਦੇ ਰਿਸ਼ਤਿਆਂ ਥੀ ਛੁੱਟ ਹਿੰਦੁਸਤਾਨ ਤੇ ਯੂਰਪ ਵਿੱਚ ਇੱਕ ਹੋਰ ਇਸ ਥੀ ਵੱਧ ਜ਼ਿੰਦਾ ਸੰਬੰਧ ਆਰੰਭ ਹੋ ਚੁੱਕਾ ਸੀ। ਬੁੱਧ ਤੇ ਈਸਾਈ ਮਤਾਂ ਦੋਹਾਂ ਦੀਆਂ ਪਹਿਲੀ ਸਦੀਆਂ ਦੀਆਂ ਤਸਵੀਰਾਂ ਵਿੱਚ ਬੁੱਧ ਦੇਵ
ਤੇ ਈਸਾ ਦੀ ਸ਼ਕਲ ਨਹੀਂ ਦਈ ਜਾਂਦੀ ਸੀ ਤੇ ਉਹਨਾਂ ਦੀ ਥਾਂ ਬਸ ਕੁਝ ਚਿੰਨ੍ਹ ਪ੍ਰਗਟ ਕਰਕੇ ਉਹਨਾਂ ਦੀ ਲੱਖਣਾ ਦਿੱਤੀ ਜਾਂਦੀ ਸੀ। ਬੋਧੀ ਚਿੰਨ੍ਹ ਹਨ, ਖਾਲੀ ਤਖਤ ਤੇ ਬੁੱਧ ਦੇ ਚਰਨਾਂ ਦੀਆਂ ਤਲੀਆਂ ਦੇ ਨਿਸ਼ਾਨ, ਤੇ ਈਸਾ ਦੇ ਦੱਸਣ ਵਾਲੇ ਚਿੰਨ੍ਹ ਹਨ, ਘੁੱਗੀ, ਮੱਛੀ, ਮੇਮਣਾ, ਸਲੀਬ, ਤੇ ਆਪ ਦੇ ਮੋਹਰੇ ਰੱਖਿਆ ਇੱਕ ਫੂਲਦਾਨ ਜਿਸ ਵਿੱਚੋਂ ਇੱਕ ਅੰਗੂਰ ਦੀ ਵੇਲ ਉਗਦੀ ਹੈ, ਜਿਹੜੀ ਸਲੀਬ ਦੇ ਦੋਹਾਂ ਪਾਸੇ ਦੋ ਮੋਹਰਾਂ ਨੂੰ ਧਾਰਨ ਕੀਤੇ ਹੋਈ ਹੈ। ਇਹ ਚਿੰਨ੍ਹ ਈਸਾਈ ਮਤ ਲਈ ਉਹ ਜਿਹਾ ਚਿੰਨ੍ਹ ਹੈ ਜੈਸਾ ਉਹ ਫੂਲਦਾਨ ਕਵਲ ਫੁੱਲਾਂ ਨਾਲ ਭਰਿਆ ਬੁੱਧ ਦੇਵ ਦੇ ਜਨਮ ਨੂੰ ਦਰਸਾ ਰਿਹਾ ਹੈ। ਦੋਹਾਂ ਮਜ਼ਹਬਾਂ ਦੀਆਂ ਤਸਵੀਰਾਂ ਵਿੱਚ ਚਿੰਨ੍ਹ ਹੱਥ ਪੈਰਾਂ ਵਾਲੀਆਂ ਚੀਜ਼ਾਂ ਵਾਂਗ ਕੰਮ ਕਰਨ ਲੱਗ ਪਏ ਹਨ। ਬੁੱਧ ਦੇਵ ਦੀਆਂ ਚਰਨ ਤਲੀਆਂ ਤਰੇ ਗਏ ਤ੍ਰਿਮਿਦਾ ਸਵਰਗ ਥੀ ਟੁਰ ਕੇ ਉੱਥੇ ਜਾ ਰਹੇ ਹਨ ਜਿੱਥੇ ਜਿੱਥੇ ਆਪ ਦਾ ਧਰਮ ਉਪਦੇਸ਼ ਜਾ ਰਿਹਾ ਹੈ। ਉੱਪਰੋਂ ਤਲੇ ਆ ਰਹੇ ਹਨ ਜਿਵੇਂ ਸੀੜੀ ਥੀ ਕੋਈ ਉਤਰਦਾ ਹੈ, ਤੇ ਮੂਸਾ ਇੱਕ ਮੇਮਣੇ ਦੇ ਰੂਪ ਵਿੱਚ ਆਪਣੇ ਆਸੇ ਨਾਲ ਪਹਾੜਾਂ ਨੂੰ ਛੋਹ ਰਿਹਾ ਹੈ ਤੇ ਰੇਤਲੇ ਥੱਲਾਂ ਵਿੱਚੋਂ ਆਪਣੇ ਜਾਦੂ ਨਾਲ ਪਾਣੀ ਕੱਢ ਰਿਹਾ ਹੈ। ਇਹ ਮੰਨਿਆ ਜਾਂਦਾ ਹੈ ਕਿ ਗੰਧਾਰਾ ਦੀ ਰਸਕ ਕਿਰਤ ਨੇ ਹਿੰਦੁਸਤਾਨ ਪੁਰਾਣੇ ਚਿੱਤਰਾਂ ਦੀ ਵਿਦਿਆ ਨੂੰ ਇੱਕ ਬਾਨਣੂ ਬੰਨਣ ਵਿੱਚ ਬਹੁਤ ਹਿੱਸਾ ਲਿਆ ਹੈ। ਗੰਧਾਰਾ ਹਿੰਦੁਸਤਾਨ ਦੇ ਉੱਤਰੀ ਪੱਛਮੀ ਸੂਬੇ ਦਾ ਉਹ ਹਿੱਸਾ ਹੈ ਜਿੱਥੇ ਈਸਾ ਥੀ 2 ਸਦੀਆਂ ਪਹਿਲੇ ਥੀ ਈਸਾਈ ਸਮੇਂ ਦੀ ਪਿੱਛੇ 4 ਸਦੀਆਂ ਤੱਕ ਯੂਨਾਨੀ ਪਰਤ ਤੇ ਹਿੰਦੁਸਤਾਨੀ ਬਾਗਤਰੀ ਰਾਜੇ ਰਾਜ ਕਰਦੇ ਰਹੇ ਹਨ। ਇਹਦੀ ਰਸਕ ਕਿਰਤ ਯੂਨਾਨੀ ਤੇ ਹਿੰਦੁਸਤਾਨੀ ਕੌਮਾਂ ਦੇ ਕਈ ਇੱਕ ਰਸਕ ਕਿਰਤ ਦੀਆਂ ਐਸੀਆਂ ਜੁਜ਼ਾਂ ਦੀ ਮਿਲਾਵਟ ਹੈ ਜਿਨ੍ਹਾਂ ਜੁਜ਼ਾਂ ਵਿੱਚ ਸੱਚੀ ਰਸਕ ਕਿਰਤ ਦੇ ਕੋਈ ਗੁਣ ਨਹੀਂ ਹਨ, ਕੇਵਲ ਬਾਜ਼ਾਰੀ ਚੀਜ਼ਾਂ ਹਨ। ਤੇ ਭਾਵੇਂ ਇਸ ਗੰਧਾਰੀ ਰਸਕ ਕਿਰਤ ਵਿੱਚ ਰਸਕ ਕਿਰਤੀ ਨੁਕਤੇ ਥੀ ਕੋਈ ਕੀਮਤੀ ਗੱਲ ਨਹੀਂ ਹੈ, ਤਾਂ ਵੀ ਇਤਿਹਾਸਕ ਨੁਕਤੇ ਥੀ ਬੜੀ ਦਿਲਚਸਪੀ ਵਾਲੀਆਂ ਚੀਜ਼ਾਂ ਹਨ। ਗੰਧਾਰਾ ਦੀ ਰਸਕ ਕਿਰਤ ਨੇ ਹਿੰਦੁਸਤਾਨ ਦੀ ਰਸਕ ਕਿਰਤ ਤੇ ਕਦੀ ਕੋਈ ਅਸਰ ਨਹੀਂ ਪਾਇਆ। ਭਾਵੇਂ ਚੀਨੀ ਤੁਰਕਿਸਤਾਨ ਵਿੱਚ ਇਹ ਕਿਰਤ ਬੜੀ ਕਾਮਯਾਬ ਹੋਈ, ਕਿਉਂਕਿ ਉੱਥੇ ਅੱਗੇ ਉਸ ਮੁਲਕ ਦੀ ਕੋਈ ਆਪਣੀ ਰਸਕ ਕਿਰਤ ਨਹੀਂ ਸੀ, ਤੇ ਜੇ ਕੁਝ ਬਾਹਰੋਂ ਇਉਂ ਅਸਰ ਆਏ ਉਹ ਉਹਨਾਂ ਝੱਟ ਮੰਨ ਲੀਤੇ। ਮੈਂ ਹਿੰਦੁਸਤਾਨ ਤੇ ਯੂਰਪ ਦੀ ਰਸਕ ਕਿਰਤਾਂ ਦਾ ਸੰਬੰਧ ਅੱਜ ਦਿਨ ਤੱਕ ਜਾਂ ਤਾਂ ਇੱਕ ਅੰਦਰ ਦੇ ਨਿਰੋਲ ਆਤਮਕ ਲਗਾਵ ਝੁਕਾਓ ਦੇ ਇੱਕੋ ਜਿਹਾ ਹੋਣ ਕਰਕੇ ਹੈ, ਜਾਂ ਉਹ ਹੈ ਜਿਹੜਾ ਕਿ ਤਜਾਰਤ ਕਰਕੇ ਕੁਝ ਹੋਇਆ, ਜਾਂ ਇੱਕੋ ਤਰ੍ਹਾਂ ਦੇ ਆਚਰਨ ਤੇ ਧਾਰਮਿਕ ਸਿੱਖਿਆ ਆਦਿ ਕਾਰਨਾਂ ਕਰਕੇ ਕੁਝ ਹੋਇਆ। ਕੁਝ ਹੋਵੇ। ਯੂਰਪ ਦੀਆਂ ਪੁਰਾਣੀਆਂ ਰਵਾਇਤਾਂ ਨੂੰ ਹਿੰਦੁਸਤਾਨ ਦੇ ਰਸਕ ਕਿਰਤ ਦੇ ਸਕੂਲਾਂ ਵਿੱਚ ਵਾੜਨਾ ਇੱਕ ਮਨਸੂਹੀ ਗੱਲ ਹੈ ਤੇ ਬਿਲਕੁਲ ਨਿਕੰਮੀ ਹੈ। ਪਰ ਰਸਕ ਕਿਰਤ ਤਾਂ ਹਰ ਤਰ੍ਹਾਂ ਦੇ ਪ੍ਰਯੋਜਨਾਂ ਤੇ ਖੁਦਗਰਜ਼ੀਆਂ ਤੇ ਮਤਲਬਾਂ ਨੂੰ ਤਿਰਸਕਾਰ ਕਰਦੀ ਹੈ। ਉਹ ਤਾਂ ਹਰ ਇੱਕ ਕੌਮ ਦੇ ਜੀਵਾਂ ਨਾਲ ਇਉਂ ਨਜ਼ਦੀਕ ਸੰਬੰਧ ਵਿੱਚ ਰਹਿ ਕੇ ਟੁਰਦੀ ਹੈ ਜਿਵੇਂ ਦੁੱਧ ਪੀਂਦਾ ਬੱਚਾ ਆਪਣੀ ਮਾਂ ਨਾਲ ਜੁੜਿਆ ਰਹਿੰਦਾ ਹੈ। ਬਿਗਾਨੇ ਬੱਚੇ ਕਦੀ ਆਪਣੇ ਹੋ ਨਹੀਂ ਸਕਦੇ। ਅੱਜ ਕੱਲ੍ਹ ਦੇ ਜ਼ਮਾਨੇ ਦਾ ਇੱਕ ਹੋਰ ਵਿਚਾਰ ਦਾ ਪਹਿਲੂ ਭੁੱਲ ਨਹੀਂ ਜਾਣਾ ਚਾਹੀਦਾ। ਨਾ ਸਿਰਫ ਹਿੰਦੁਸਤਾਨ ਦੀ ਰਸਕ ਕਿਰਤ ਬਲਕਿ ਸਭ ਤੋਂ ਪਹਿਲਾਂ ਹਿੰਦੁਸਤਾਨ ਦੇ ਉੱਚੇ ਗਿਆਨ ਦਾ ਦਿਖਾਦਾ ਅੱਜ ਕੱਲ੍ਹ ਦੀ ਨਵੀਂ ਪੱਛਮੀ ਰੂਹਾਨੀਅਤ ਉੱਤੇ ਗੂੜਾ ਅਸਰ ਪਾ ਰਿਹਾ ਹੈ, ਤੇ ਉਸ ਨਾਲ ਹੀ ਨਾਲ ਪੂਰਬੀ ਲੋਕ ਪੱਛਮੀ ਸਭਿਅਤਾ ਨੂੰ ਕਬੂਲ ਕਰ ਰਹੇ ਹਨ। ਇਸ ਅਦਲੇ ਬਦਲੇ ਦਾ ਭਾਵੇਂ ਕੁਝ ਅਸਰ ਹੋਵੇ, ਇਹ ਅਦਲਾ ਬਦਲਾ ਦੱਸ ਰਿਹਾ ਹੈ ਕਿ ਇੱਕ ਜੀਵਨ ਹਿੱਲਣ ਦੋਹਾਂ ਵਿੱਚ ਆ ਰਹੀ ਹੈ, ਤੇ ਹਿੱਲਣ ਨਿਸ਼ਾਨੀ ਜੀਣ ਦੀ ਹੈ, ਤੇ ਜਦ ਕੋਈ ਜੀ ਉੱਠਦਾ ਹੈ ਤਦ ਉਹ ਜੀਵਨ ਖੁਦ ਕਾਦਰ ਹੁੰਦਾ ਹੈ। ਕੁਛ ਨਾ ਕੁਛ ਅੰਦਰੋਂ ਪੈਦਾ ਹੀ ਹੁੰਦਾ ਹੈ, ਕੁਛ ਨਾ ਕੁਛ ਫੁੱਟਦਾ ਹੈ। ਜੀਵਨ ਕਰਤਾਰੀ ਹੁੰਦਾ ਹੈ ਤੇ ਸਿਰਜਣਹਾਰ ਹੈ। ਭਾਵੇਂ ਉਹ ਚੀਜ਼ਾਂ ਪੈਦਾ ਹੋਣ ਜਿਹੜੀਆਂ ਕੋਈ ਮਿੱਥਦਾ ਗਿਣਦਾ ਹੈ, ਭਾਵੇਂ ਉਹਨਾਂ ਦੇ ਅਮਲ ਨਾਲ ਉਹਨਾਂ ਥੀ ਉਲਟੀ ਕੁਛ ਹੋਰ ਪੈਦਾ ਕਰ ਦੇਵੇ, ਇਹਨਾਂ ਬਾਹਰਲੀਆਂ ਗੱਲਾਂ ਨਾਲ ਅਸਲ ਵਿੱਚ ਕੋਈ ਫਰਕ ਨਹੀਂ ਪੈਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।